ਆਦ ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨੰ। ਸਹਿਬੇ ਇਕਬਾਤ ਸਹਿਬੇ ਬਰਕਤ ਰੋਸ਼ਨ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹ ਸ਼ਹਿਨशाह ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਮਤ ਦਾ ਸਦਕਾ ਜੋ ਆਪਾਂ ਸਭਨਾਂ ਨੂੰ ਗੁਰੂ ਕੇ ਹਜ਼ੂਰ ਜੁੜ ਮਿਲ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਅਰਸ਼ੀ ਸੁਨੇਹੇ ਔਰ ਗੁਰ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਜੀ ਹੁਣਾਂ ਦੇ ਸ਼ੁਕਰਾਨੇ ਕਰੀਏ ਜਿਨ੍ਹਾਂ ਨੇ ਐਸੀਆਂ ਘੜੀਆਂ ਐਸੇ ਪਲ ਸਾਡੀ ਜ਼ਿੰਦਗੀ ਵਿੱਚ ਲਿਖ ਦਿੱਤੇ ਜਿਨ੍ਹਾਂ ਨੂੰ ਅਸੀਂ ਮਾਣ ਰਹੇ ਹਾਂ। ਤੋ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੇ ਉਸ ਪਾਵਨ ਪਵਿੱਤਰ ਇਤਿਹਾਸ ਨੂੰ ਸਾਂਝਾ ਕਰਨ ਦਾ ਯਤਨ ਕਰਾਂਗੇ ਜੋ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਅਬਚਲ ਨਗਰ ਦੇ ਵਿੱਚ ਇਹ ਬਖਸ਼ਿਸ਼ਾਂ ਕੀਤੀਆਂ। ਤੋ ਆਓ ਉਸ ਪਾਵਨ ਪਵਿੱਤਰ ਇਤਿਹਾਸ ਗੁਰੂ ਉਪਦੇਸ਼ ਨਾਲ ਜੁੜਨ ਤੋਂ ਪਹਿਲਾਂ ਸਾਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਬਚਨ ਉਹ ਇਤਿਹਾਸ ਸਾਂਝਾ ਕਰਨਾ ਹੈ ਤਾਂ ਸਭ ਨਾਲੋਂ ਪਹਿਲਾਂ ਜੋ ਸ਼ਬਦ ਦਾ ਮਹਾਰਾਜ ਦੇ ਘਰ ਵਿੱਚ ਪ੍ਰਕਾਸ਼ ਆ ਉਹ ਪਹਿਲੇ ਜਾਮੇ ਤੋਂ ਹੀ ਹੁੰਦਾ ਹੈ। ਹਰ ਧਰਮ ਆਪੋ ਆਪਣੀ ਥਾਂ 'ਤੇ ਅੱਛੇ ਨੇ ਸਨਮਾਨਯੋਗ ਨੇ ਆਦਰਯੋਗ ਨੇ ਔਰ ਹਰੇਕ ਧਾਰਮਿਕ ਗ੍ਰੰਥ ਜਿਹੜਾ ਆ ਉਹਨਾਂ ਦਾ ਸਤਿਕਾਰ ਜਿਹੜਾ ਹੈ ਉਹ ਕਰਨਾ ਚਾਹੀਦਾ। ਮਤਲਬ ਕਿਤੇ ਵੀ ਐਸਾ ਨਾ ਹੋਵੇ ਕੋਈ ਮਨੁੱਖ ਜਿਵੇਂ ਅਸੀਂ ਪਿਛਲਾ ਦੌਰ ਵੇਖਿਆ ਜਾਂ ਦੇਖ ਰਹੇ ਅੱਜ ਵੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਅਤੇ ਜੇ ਕੋਈ ਦੂਸਰੇ ਲੋਕ ਖੁਸ਼ ਹੁੰਦੇ ਆ ਜਿਹੜੇ ਲੋਕ ਇਹ ਸੋਚਦੇ ਆ ਵੀ ਹਾਂ ਜੀ ਇਹਨਾਂ ਦੇ ਗ੍ਰੰਥ ਦੀ ਬੇਅਦਬੀ ਹੋਈ ਤਾਂ ਉਹ ਵਿਚਾਰ ਜਿਹੜੀ ਉਹ ਮਾਨਸਿਕਤਾ ਬੜੀ ਸੌੜੀ ਹੈ ਬੜੀ ਸੰਕੀਰਣ ਆ। ਲੇਕਿਨ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਕੋਈ ਜੁੜ ਕੇ ਵੇਖੇਗਾ ਤਾਂ ਚਾਹੇ ਉਹ ਹਿੰਦੂ ਵੀਰ ਹੈ ਉਹਨਾਂ ਦਾ ਗ੍ਰੰਥ ਹੈ ਗੀਤਾ ਉਹਦੀ ਬੇਅਦਬੀ ਹੋਵੇ ਜਾਂ ਮੁਸਲਮਾਨ ਵੀਰ ਹੈ ਕੁਰਾਨ ਦਾ ਕੋਈ ਐਸਾ ਕੁਝ ਕਰੇ ਪਾਕ ਕੁਰਾਨ ਜੋ ਹੈ ਜਾਂ ਬਾਈਬਲ ਹੈ ਤਾਂ ਇਹ ਕਦਾਚਿਤ ਵੀ ਠੀਕ ਨਹੀਂ ਹੈ।
ਧਾਰਮਿਕ ਗ੍ਰੰਥ ਜਿਹੜਾ ਹੈ ਕੋਈ ਵੀ ਉਹਦੀ ਬੇਅਦਬੀ ਕਰਨੀ, ਐਸਾ ਕੁਝ ਕਰਨਾ ਇਹ ਕਦਾਚਿਤ ਵੀ ਅੱਛਾ ਨਹੀਂ ਹੈ। ਔਰ ਇਹ ਤਾਂ ਇੱਕ ਚੱਲਣ ਇਹੋ ਜਿਹੇ ਉਹਨਾਂ ਲੋਕਾਂ ਦਾ ਮਾਲਕ ਉਹਨਾਂ ਨੂੰ ਸੁਮੱਤ ਬਖਸ਼ੇ, ਭਲਾ ਕਰੇ ਉਹਨਾਂ ਦਾ, ਉਹਨਾਂ ਨੂੰ ਸੋਝੀ ਦੇਵੇ। ਕਿਸ ਲਾਲਚ ਵਿੱਚ ਆ ਕੇ, ਕਿਸ ਏਜੰਡੇ ਨੂੰ ਲੈ ਕੇ ਉਹ ਲੋਕ ਇਹੋ ਜਿਹੇ ਕਰਮ ਕਰਦੇ ਆ, ਮਹਾਰਾਜ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਕੇ ਤੇ ਪਰਤ ਕੇ ਜਦੋਂ ਪਕੜਿਆ ਜਾਂਦਾ ਤੇ ਸ਼ਬਦ ਵਰਤ ਦਿੱਤਾ ਜਾਂਦਾ ਜੀ ਇਹ ਮਾਨਸਿਕ ਤੌਰ 'ਤੇ ਅਪਸੈਟ ਆ, ਇਹ ਮੈਂਟਲੀ ਅਪਸੈਟ ਆ, ਇਹ ਮਾਨਸਿਕ ਰੋਗੀ ਹੈ। ਅਕਸਰ ਇਹੋ ਜਿਹੇ ਸ਼ਬਦ, ਇੱਕ ਸਾਜ਼ਿਸ਼ ਦਾ ਤਰੀਕਾ ਚੱਲ ਪਿਆ। ਔਰ ਇਹਦੇ ਉੱਤੇ ਨਾ ਤਾਂ ਹਕੂਮਤਾਂ ਸਰਕਾਰਾਂ ਧਿਆਨ ਦੇ ਰਹੀਆਂ, 4 ਦਿਨ ਹੀ ਬੰਦੇ ਥਾਣੇ 'ਚ ਡੱਕ ਕੇ ਪਰਤ ਕੇ ਛੱਡ ਦਿੱਤੇ ਜਾਂਦੇ ਆ, ਤਾਂ ਕਰਕੇ ਅਗਲਿਆਂ ਦਾ ਦੂਸਰਿਆਂ ਦਾ ਤਹਈਆ ਬਣ ਜਾਂਦਾ। ਲੇਕਿਨ ਜੇ ਕੋਈ ਇਹੋ ਜਿਹੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏ ਜੋ ਇੱਕ ਮੀਲ ਪੱਥਰ ਹੋਵੇ, ਦੂਸਰਿਆਂ ਦੇ ਲਈ ਸਬਕ ਹੋਵੇ, ਤਾਂ ਕਿ ਅਗਾਂਹ ਤੋਂ ਕੋਈ ਇਹੋ ਜਿਹਾ ਤਹਈਆ ਜਿਹੜਾ ਹੈ ਉਹ ਨਾ ਕਰ ਸਕੇ। ਤੋ ਦਾਤਾ ਰਹਿਮਤ ਕਰੇ, ਬਖਸ਼ਿਸ਼ ਕਰੇ। ਤੋ ਸ਼ਬਦ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੁੰਦਾ। ਬਹੁਤ ਸਾਰੇ ਧਾਰਮਿਕ ਗ੍ਰੰਥ ਹੈ, ਪਰ ਉਹ ਕਰੀਬਨ ਜਿਤਨੇ ਵੀ ਉਹ ਧਾਰਮਿਕ ਗ੍ਰੰਥ ਲਿਖੇ ਗਏ, ਜਿਸ ਨੂੰ ਉਹ ਲੋਕ ਰਹਿਬਰ ਮੰਨਦੇ ਆ, ਆਪਣਾ ਇਸ਼ਟ ਮੰਨਦੇ ਆ, ਉਹ ਉਹਨਾਂ ਦੇ ਇਸ਼ਟ ਦਾ ਲਿਖਿਆ ਹੋਇਆ ਨਹੀਂ ਹੈ। ਜਾਂ ਤਾਂ ਕਿਸੇ ਦੂਸਰੇ ਰਿਸ਼ੀ ਨੇ ਜਾਂ ਕਵੀ ਨੇ ਜਾਂ ਬਾਅਦ ਵਿੱਚ ਉਹਨਾਂ ਦੇ ਅਨੁਜਾਈ, ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਮੰਨਣ ਵਾਲਿਆਂ ਨੇ ਉਹਨੂੰ ਲਿਖਤੀ ਰੂਪ ਦਿੱਤਾ। ਲੇਕਿਨ ਇਹ ਗੁਰੂ ਘਰ ਦੇ ਵਿੱਚ ਵਡਿਆਈ ਹੈ। ਇੱਥੇ ਜੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਉਚਾਰਨ ਕਰਦੇ ਤੇ ਸਤਿਗੁਰਾਂ ਨੇ ਆਪ ਕਲਮਬੰਦ ਕੀਤੀ ਉਹ ਬਾਣੀ। ਔਰ ਜੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਬਾਣੀ ਉਚਾਰਨ ਕੀਤੀ, ਆਪ ਕਲਮਬੰਦ ਕੀਤੀ। ਭਗਤ ਸਾਹਿਬਾਨ ਦੀ ਬਾਣੀ ਉਹਨਾਂ ਨੇ ਆਪ ਲਿਖੀ, ਮਹਾਰਾਜ ਉਹ ਲੈ ਕੇ ਆਏ। ਭੱਟਾਂ ਦੇ ਸਵਈਏ ਉਹਨਾਂ ਆਪ ਲਿਖੇ, ਉਹ ਗੁਰਸਿੱਖਾਂ ਦੀ ਬਾਣੀ ਆਪ ਉਹਨਾਂ ਲਿਖੀ ਮਹਾਰਾਜ ਦੇ ਚਰਨਾਂ ਵਿੱਚ। ਔਰ ਸਤਿਗੁਰਾਂ ਨੇ ਉਹਨੂੰ ਵੱਖ ਇਹ ਵੀ ਨਹੀਂ ਵੀ ਬਾਅਦ 'ਚ ਜੋੜਿਆ ਹੋਵੇ। 5ਵੇਂ ਜਾਮੇ ਵਿੱਚ ਇਸ ਬਾਣੀ ਦਾ ਸੰਕਲਨ ਕੀਤਾ ਗਿਆ, ਸੰਪਾਦਨ ਕੀਤਾ ਇੱਕ ਥਾਂ 'ਤੇ, ਇੱਕ ਗ੍ਰੰਥ ਦਾ ਰੂਪ। ਜੋ ਪਹਿਲਾਂ ਪੋਥੀ ਪਰਮੇਸ਼ਰ ਕਾ ਥਾਨ ਸੀ, ਉਹਨੂੰ ਗ੍ਰੰਥ ਦਾ ਰੂਪ ਦਿੱਤਾ ਗਿਆ। ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਕੀਤਾ ਗਿਆ, ਜਿਹਨੂੰ ਅੱਜ ਅਸੀਂ ਜਾਣੇ ਅਣਜਾਣੇ ਕੇਵਲ ਗੋਲਡਨ ਟੈਂਪਲ ਕਹਿਣਾ ਸ਼ੁਰੂ ਕਰ ਦਿੱਤਾ। ਸਾਡੇ ਬੱਚਿਆਂ ਦੀ ਭਾਸ਼ਾ ਵਿੱਚ ਇਹ ਸ਼ਬਦ ਅਕਸਰ ਹੀ ਆ ਗਿਆ। ਉਹ ਗੋਲਡਨ ਟੈਂਪਲ ਕੇਵਲ ਸੋਨੇ ਦਾ ਮੰਦਰ ਨਹੀਂ ਹੈ, ਉਹ ਤਾਂ ਹਰ ਜੀਓ ਹਰਿਮੰਦਰ ਸਾਜਿਆ, ਉਹ ਤਾਂ ਹਰੀ ਦਾ ਮੰਦਰ ਹੈ, ਰੱਬ ਦਾ, ਉਸ ਮਾਲਕ ਦਾ ਦਰ ਬਣਾਇਆ, ਔਰ ਜਿਹੜਾ 4 ਵਰਨਾਂ ਵਾਸਤੇ ਸਾਂਝਾ ਹੈ। ਤੋ ਸਤਿਗੁਰਾਂ ਨੇ ਉੱਥੇ ਪ੍ਰਕਾਸ਼ ਕੀਤਾ। ਉਹਦੇ ਤੋਂ ਬਾਅਦ ਜੋ 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਜਿਹੜੀ ਪੰਥ ਨੂੰ ਮਹਾਰਾਜ ਨੇ ਗੱਦੀ ਆ, ਉਹ ਚਮਕੌਰ ਸਾਹਿਬ ਦੀ ਧਰਤੀ 'ਤੇ ਦਿੱਤੀ, 5 ਪਿਆਰਿਆਂ ਨੂੰ ਜਿਹੜੀ ਇਹ ਪਾਵਰ ਦਿੱਤੀ। ਜਦੋਂ ਚਮਕੌਰ ਸਾਹਿਬ ਦੀ ਉਸ ਗੜੀ ਨੂੰ ਮਹਾਰਾਜ ਛੱਡ ਕੇ ਜਾਣ ਲੱਗੇ ਤੇ ਆਪਣੀ ਕਲਗੀ ਤੱਕ ਜਿਹੜਾ ਹੈ ਉਹ ਗੁਰਸਿੱਖਾਂ ਦੇ ਸੀਸ ਉੱਤੇ ਸਜਾ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਗਏ। ਔਰ ਇਹ ਬੜਾ ਸੁੰਦਰ ਬੋਲ, ਕਈ ਵਾਰੀ ਇਹਨਾਂ ਚੀਜ਼ਾਂ 'ਚ ਅਸੀਂ ਪੈ ਜਾਂਦੇ ਹਾਂ ਜੀ। ਕਲਗੀ ਭਾਈ ਸੰਤ ਸਿੰਘ ਜੀ ਹੋਣਾ ਨੂੰ ਦਿੱਤੀ ਕਿ ਸੰਗਤ ਸਿੰਘ ਜੀ ਹੋਣਾ ਨੂੰ ਦਿੱਤੀ। ਔਰ ਕੁਝ ਤੇ ਇਹੋ ਜਿਹੇ ਕਮਲੇ ਬਈ ਇਹਨਾਂ ਚੀਜ਼ਾਂ ਦੇ ਉੱਤੇ ਆਂਦੇ ਅਸੀਂ ਕਿਤਾਬਾਂ ਲਿਖਾਂਗੇ ਜੀ ਕਿਹਨੂੰ ਦਿੱਤੀ, ਅਸੀਂ ਇਹਦੀ ਸਰਚ ਕਰਾਂਗੇ, ਆਹ ਕੁਝ ਕਰਾਂਗੇ। ਕਵੀ ਜੀ ਹੋਣਾ ਨੇ ਬੜਾ ਪਿਆਰਾ ਸ਼ਬਦ ਲਿਖਿਆ, ਉਹ ਕਹਿੰਦੇ ਵੀ ਕੁਝ ਲੋਕ ਇਸ ਚੀਜ਼ 'ਤੇ ਝਗੜਾ ਕਰਦੇ ਆ, ਪਰ ਇਹ ਝਗੜੇ ਦਾ ਵਿਸ਼ਾ ਨਹੀਂ ਹੈ। ਭਾਵੇਂ ਉਹ ਕਲਗੀ ਭਾਈ ਸੰਤ ਸਿੰਘ ਜੀ ਹੋਣਾ ਨੂੰ ਦਿੱਤੀ, ਭਾਵੇਂ ਸੰਗਤ ਸਿੰਘ ਜੀ ਹੋਣਾ ਨੂੰ। ਕਹਿੰਦੇ ਦੋਨੋਂ ਹੀ ਗੁਰੂ ਕੇ ਪਿਆਰੇ ਗੁਰਸਿੱਖ ਨੇ, ਦੋਨੋਂ ਹੀ ਜਿਹੜਾ ਆ ਉਹ ਮਾਲਕ ਨੂੰ ਪਿਆਰੇ ਆ। ਔਰ ਕੋਈ ਉੱਥੇ ਦੋਮ ਤੇ ਸੇਮ ਜਿਹੜਾ ਹੈ ਨਹੀਂ ਹੈ, ਬਈ ਇਹ ਨਹੀਂ ਕੋਈ ਪਹਿਲੇ ਦਰਜੇ ਦਾ ਕੋਈ ਦੂਜੇ ਦਰਜੇ। ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਗੜੀ ਤੱਕ ਜਾਂ ਅੱਗੇ ਜਿਤਨੇ ਵੀ ਗੁਰੂ ਕੇ ਪਿਆਰੇ ਨਾਲ ਚੱਲ ਕੇ ਸ਼ਹਾਦਤਾਂ ਪਾਈਆਂ, ਚਾਹੇ ਉਹ ਗੜੀ ਦੇ ਵਿੱਚ ਹੋਏ, ਚਾਹੇ ਉਹ ਰਸਤੇ ਵਿੱਚ ਸ਼ਹੀਦ ਹੋਏ, ਉਹ ਕੋਈ ਇਹ ਨਹੀਂ ਹੈ ਕਿ ਇਹ ਸ਼ਹੀਦ ਵੱਡਾ ਹੈ ਤੇ ਸ਼ਹੀਦ ਛੋਟਾ ਹੈ, ਨਹੀਂ। ਜਿਹੜਾ ਧਰਮ ਕੇ ਚਾਹੇ ਧਰਮ ਯੁੱਧ ਦੇ ਵਾਸਤੇ ਲੜਿਆ, ਜ਼ੁਲਮ ਦੇ ਖਿਲਾਫ ਲੜਿਆ, ਉਹ ਹਰ ਇੱਕ ਸ਼ਹੀਦ ਜਿਹੜਾ ਹੈ ਮਾਲਕ ਨੂੰ ਉਤਨਾ ਹੀ ਪਿਆਰਾ ਹੈ। ਇਹ ਸਾਡੇ ਲੋਕਾਂ ਨੇ ਬਰਾਦਰੀਵਾਦ ਦੀ ਕਹਾਣੀ ਖੜੀ ਕਰਕੇ
ਔਰ ਜਾਤ ਪਾਤ ਦੀ ਕਹਾਣੀ ਖੜੀ ਕਰਕੇ ਸਾਡੀ ਜਾਤੀ ਦਾ ਸ਼ਹੀਦ ਹੈ ਜੀ, ਇਹ ਸਾਡੀ ਬਰਾਦਰੀ ਦਾ ਸਿੰਘ ਹੈ, ਉਹ ਤਾਂ ਜਿਹੜਾ ਸਿੰਘ ਬਣ ਗਿਆ ਉਹਨੇ ਚੀਜ਼ਾਂ ਤਿਆਗ ਦਿੱਤੀਆਂ ਸਨ। ਪਰ ਅਸੀਂ ਕਿਤੇ ਨਾ ਕਿਤੇ ਫਿਰ ਉਹਨਾਂ ਚੀਜ਼ਾਂ ਵਿੱਚ ਪੈ ਰਹੇ ਹਾਂ। ਖੈਰ, ਅੱਜ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਦੀ ਧਰਤੀ ਤੇ ਨੇ, 1708 ਈਸਵੀ ਸਨ, ਉੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਤਨ ਤੇ ਸੂਬਾ ਸਰਹੰਦ ਵਜੀਦ ਖਾਨ ਨੇ ਗੁੱਲ ਖਾਂ ਤੇ ਜਮਸ਼ੇਦ ਖਾਂ ਵਰਗੇ ਪਠਾਣਾਂ ਤੋਂ ਪ੍ਰਹਾਰ ਵੀ ਕਰਾਇਆ, ਤੇ ਜਦੋਂ ਮਹਾਰਾਜ ਨੇ ਇਹ ਖਿਆਲ ਦੇ ਦਿੱਤਾ ਕਿ ਅਸੀਂ ਹੁਣ ਸਰੀਰਕ ਚੋਲੇ ਨੂੰ ਤਿਆਗਣਾ, ਕੁੱਲ 42 ਸਾਲ 42 ਈਅਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਰੀਰਕ ਏਜ ਆਰਬਲਾ ਹੈ, ਉਮਰਾ ਹੈ, ਔਰ ਭਰ ਜਵਾਨੀ। ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਵਿਚਾਰ ਦਿੱਤੀ ਆ ਤਾਂ ਸੁਭਾਵਿਕ ਜੀ ਬਾਤ ਸੀ ਕਿ ਸੰਗਤ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ, ਇਹ ਫੁਰਨਾ ਬਣਦਾ ਕਿ ਮਹਾਰਾਜ ਹੁਣ ਤੱਕ 10ਵੇਂ ਜਾਮੇ ਤੱਕ ਜੇ ਗੁਰੂ ਨਾਨਕ ਸਾਹਿਬ ਜੀ ਨੇ ਸਰੀਰਕ ਚੋਲਾ ਤਿਆਗਣਾ ਸੀ ਤੇ ਸੰਗਤ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਗੁਰਤਾ ਗੱਦੀ ਬਾਬੇ ਲੈਣ, ਇਹਨੂੰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਿਲਣੀ, ਔਰ ਆਪ ਮਹਾਰਾਜ ਆਪਣੀ ਹਯਾਤੀ 'ਚ ਤਖਤ ਤੇ ਬਿਠਾ ਕੇ ਕਹਿ ਗਏ ਵੀ ਇਹਨਾਂ ਨੂੰ ਸਾਡਾ ਰੂਪ ਜਾਣਨਾ, ਜੋਤ ਟਿਕਾ ਦਿੱਤੀ। ਲੇਕਿਨ ਹੁਣ ਸੰਗਤ ਜਿਹੜੀ ਆ ਉਹ ਸਤਿਗੁਰਾਂ ਦੇ ਸਨਮੁਖ ਹੋਈ, ਬੇਨਤੀ ਕੀਤੀ ਮਹਾਰਾਜ, ਕਿਉਂਕਿ ਉੱਥੇ ਨਾਲ ਪਿਆਰੇ ਭਾਈ ਦਇਆ ਸਿੰਘ ਜੀ ਆ, ਭਾਈ ਧਰਮ ਸਿੰਘ ਜੀ ਹੋਣੀ ਨੇ, ਹੋਰ ਕੁਝ ਗੁਰਸਿੱਖ ਨੇ, ਸੰਗਤਾਂ ਆ। ਜਦੋਂ ਉਹਨਾਂ ਨੇ ਸਵਾਲ ਕੀਤਾ ਕਿ ਮਹਾਰਾਜ ਆਪ ਸਰੀਰਕ ਚੋਲਾ ਤਿਆਗਣ ਦੀ ਬਾਤ ਕਰ ਰਹੇ ਹੋ, ਪਰ ਇਹ ਜੋ ਤੁਹਾਡੀ ਸੰਗਤ ਹੈ, ਉੱਥੇ ਇਤਿਹਾਸਕ ਗ੍ਰੰਥ ਦੇ ਬੋਲ ਨੇ, ਗੁਰੂ ਪਾਤਸ਼ਾਹ ਇਹ ਜੋ ਗਰੀਬ ਨਵਾਜ ਸ਼ਬਦ ਵਰਤਿਆ, ਗਰੀਬ ਨਵਾਜ, ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਹਵਾਲ। ਤੇ ਗੁਰੂ ਸਾਹਿਬ ਜੀ ਨੇ ਕੀ ਆਖਿਆ, ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਮਹਾਰਾਜ ਕਹਿੰਦੇ ਅੱਜ ਤੋਂ ਤੁਹਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣਾ। ਆਖਿਆ ਜੀ ਅੱਗੇ ਕੋਈ ਸਵਾਲ ਜਵਾਬ ਹੁੰਦਾ, ਸਾਡੇ ਮਨ ਵਿੱਚ ਕੋਈ ਫੁਰਨਾ ਬਣਦਾ, ਕੋਈ ਦੁਬਦਾ ਬਣਦੀ, ਦੁਚਿੱਤੀ ਬਣਦੀ, ਤੇ ਅਸੀਂ ਤੁਹਾਨੂੰ ਪੁੱਛਦੇ, ਬੇਨਤੀ ਕਰਦੇ, ਤੁਸੀਂ ਅੱਗੋਂ ਜਵਾਬ ਦਿੰਦੇ ਸਾਨੂੰ। ਪਰ ਜਦੋਂ ਹੁਣ ਅੱਗੇ ਐਸਾ ਹੋਏਗਾ ਤਾਂ ਮਹਾਰਾਜ ਫਿਰ ਅਸੀਂ ਕਿਹਨੂੰ ਪੁੱਛਿਆ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ, ਗੁਰੂ ਕੇ ਸਿੱਖੋ, ਤੁਹਾਡੇ ਮਨ ਦੀ ਕੋਈ ਦੁਬਿਧਾ ਹੋਵੇ, ਗੁਰੂ ਦੇ ਨਾਲ ਬਾਤ ਕਰਨੀ ਹੋਵੇ, ਗੁਰੂ ਦੇ ਨਾਲ ਗੱਲ ਕਰਨੀ ਹੋਵੇ, ਤੇ ਤੁਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਖੜੋ ਕੇ ਅਰਦਾਸ ਕਰਕੇ ਗੁਰੂ ਬਾਣੀ ਦੇ ਵਿੱਚੋਂ ਮੁੱਖ ਵਾਕ ਲਿਓ, ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ। ਮੇਰੇ ਨਾਲ ਗੱਲਾਂ ਕਰਨੀਆਂ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਿਓ, ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ। ਇਹੋ ਜੀ ਭਾਵਨਾ ਬਣਾ ਕੇ ਮੇਰੀ ਗੋਦ ਵਿੱਚ ਬੈਠਿਓ। ਔਰ ਜਦੋਂ ਇਹ ਬਚਨ ਮਹਾਰਾਜ, ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਪੁੱਛਿਆ ਤਾਂ ਸਤਿਗੁਰਾਂ ਨੇ ਇਹ ਬੋਲ ਕੀਤੇ, ਕਹਿੰਦੇ ਤੀਨ ਰੂਪ ਹੈ ਮੋਹ ਕੇ ਸੁਣੋ ਨੰਦ ਚਿਤ ਲਾਏ। ਕਹਿੰਦੇ ਮੇਰੇ 3 ਰੂਪ ਨੇ, ਕਹਿੰਦੇ ਸਰਗੁਣ ਨਿਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ। ਨਿਰਗੁਣ ਭਾਵ ਜੀ ਦੇ ਵਿੱਚ ਮੇਰਾ ਕੋਈ ਆਕਾਰ ਨਹੀਂ ਹੈ, ਕੋਈ ਰੰਗ ਰੂਪ ਨਹੀਂ ਹੈ, ਕਿਉਂਕਿ ਗੁਰ ਪਰਮੇਸ਼ਰ ਹੈ। ਤਾਂ ਸਰਗੁਣ ਕਹਿੰਦੇ ਜਿਹਨੂੰ ਤੂੰ ਸਾਹਮਣੇ ਵੇਖ ਰਿਹਾ ਹੈ, ਸਰੀਰ ਰੂਪ ਤੈਨੂੰ ਨਜ਼ਰ ਹੀ ਪੈਂਦਾ ਹੈ। ਤੀਸਰਾ ਰੂਪ ਹੈ, ਉਹ ਹੈ ਗੁਰ ਸ਼ਬਦ। ਤੀਸਰਾ ਰੂਪ ਗ੍ਰੰਥ ਜੀ ਜਾਨ, ਕਹਿੰਦੇ ਇਹ ਮੇਰਾ ਤੀਸਰਾ ਸਰੂਪ ਹੈ। ਸ਼ਬਦ ਜਿਹੜਾ ਆ ਉਹ ਗੁਰੂ ਦਾ ਹਿਰਦਾ ਹੈ। ਇਸੇ ਕਰਕੇ ਕਹਿੰਦੇ ਗੁਰੂ ਨੂੰ ਜੇ ਦੀਦਾਰ ਕਰਨਾ ਨਾ, ਗੁਰੂ ਦਾ ਗੁਰੂ ਦਰਸ ਜੇ ਦੇਖਣਾ, ਸ੍ਰੀ ਗੁਰ ਗ੍ਰੰਥ ਦਰਸਾਏ। ਬਾਤ ਕਰਨ ਮੋਸੋ ਚਾਹੇ ਪੜ੍ਹੇ ਗ੍ਰੰਥ ਚਿਤ ਲਾਏ। ਕਹਿੰਦੇ ਮੇਰੇ ਨਾਲ ਗੁਰੂ ਦਾ ਦੀਦਾਰ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰੀ, ਔਰ ਗੱਲਾਂ ਕਰਨੀਆਂ ਤਾਂ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਪੜ੍ਹੀ, ਮੈਂ ਤੇਰੇ ਨਾਲ ਗੱਲਾਂ ਕਰਾਂਗਾ। ਔਰ ਮਹਾਰਾਜ ਨੇ ਬਚਨ ਜਦੋਂ ਕਹਿ, ਸਤਿਗੁਰਾਂ ਨੇ ਇਹ ਹੁਕਮ ਕੀਤਾ। ਇਹ ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਇਹ ਦੋਹਰਾ ਸਾਨੂੰ ਜਾਂ ਤਾਂ ਰਹਿਤਨਾਮਿਆਂ ਵਿੱਚ ਵੱਖ-ਵੱਖ ਜਿਹੜਾ ਰੂਪ ਵਿੱਚ ਮਿਲਦਾ, ਜਾਂ ਫਿਰ ਸਾਨੂੰ ਇਹ ਪ੍ਰਾਚੀਨ ਤੇ ਨਵੀਨ ਪੰਥ ਪ੍ਰਕਾਸ਼ ਜਦੋਂ ਅਸੀਂ ਪੜ੍ਹਾਂਗੇ ਉਹਦੇ ਵਿੱਚ ਥੋੜ੍ਹਾ ਫਰਕ ਦੇ ਨਾਲ ਮਿਲਦਾ।
ਖਿਆਲ ਗੁਰੂ ਸਾਹਿਬ ਜੀ ਦੇ ਹੀ ਆ। ਔਰ ਉੱਥੇ ਗਿਆਨੀ ਗਿਆਨ ਸਿੰਘ ਹੋਣਾ ਨੇ ਜਦੋਂ ਨਵੀਨ ਪੰਥ ਪ੍ਰਕਾਸ਼ ਦੇ ਵਿੱਚ ਸ਼ਬਦ ਲਿਖੇ ਆ ਕਿ ਮਹਾਰਾਜ ਨੇ ਬਚਨ ਕੀਤਾ, ਇਹ ਨਵੀਨ ਪੰਥ ਪ੍ਰਕਾਸ਼ ਦੇ ਜਿਹੜੇ ਬੋਲ ਨੇ ਉਹ ਇਹ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਅਸੀਂ ਤਵੇ ਪੜ੍ਹਦੇ ਉੱਥੇ ਲਿਖਿਆ ਤਬੀ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਾਨਿਓ ਨਹੀਂ ਲਿਖਿਆ, ਉੱਥੇ ਲਿਖਿਆ ਮਾਨਿਓ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੈ। ਤੇ ਫਿਰ ਅੱਗੇ ਕਹਿੰਦੇ ਸਭ ਗੁਰੂ ਪ੍ਰਗਟ ਭਏ ਪੂਰਨ ਹਰਿ ਅਵਤਾਰ। ਜਗਮਗ ਜੋਤ ਬਿਰਾਜਹੀ ਸ੍ਰੀ ਗੁਰੂ ਗ੍ਰੰਥ ਮਝਾਰ। ਜੋ ਦਰਸਿਓ ਚੈ ਗੁਰੂ ਕੋ ਸੋ ਦਰਸੈ ਗੁਰ ਗ੍ਰੰਥ। ਪੜ੍ਹੈ ਸੁਨੈ ਸਵਾਰਥ ਲਹਿ ਪਰਮਾਰਥ ਕੋ ਪੰਥ। ਕਹਿੰਦੇ ਸ੍ਰੀ ਗੁਰੂ ਗ੍ਰੰਥ ਜੀ ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਭੈ ਜਹਾਜ਼ ਉਦਾਰ, ਇਸ ਭਵ ਸਾਗਰ ਤੋਂ ਪਾਰ ਕਰਨ ਵਾਲੇ। ਕਹਿੰਦੇ ਜਿਹੜਾ ਵੀ ਗੁਰੂ ਸ਼ਬਦ ਨਾਲ ਜੁੜੇਗਾ, ਜੋ ਸ਼ਰਧਾ ਤਰ ਸੇਵ ਹੈ ਸੋ ਉਤਰੈ ਭਵ ਪਾਰ। ਇਸ ਤਰ੍ਹਾਂ ਸ਼ਬਦ ਉੱਥੇ ਜਿਹੜੇ ਨੇ ਉਹ ਸਾਨੂੰ ਨਵੀਨ ਪੰਥ ਪ੍ਰਕਾਸ਼ ਦੇ ਵਿੱਚ ਮਿਲਦੇ। ਔਰ ਮਹਾਰਾਜ ਨੇ ਸਾਨੂੰ ਤਲੌਂਡਾ ਭੱਟਵਈ ਦੇ ਅੰਦਰ ਵੀ ਜ਼ਿਕਰ ਮਿਲਦਾ। ਗੁਰੂ ਸਾਹਿਬ ਜੀ ਨੇ ਅੱਜ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਆਗਿਆ ਕੀਤੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਏ। ਸੁਣੋ ਸੋਹਣਾ ਚੰਦੋਆ ਸਾਹਿਬ ਤਾਣ ਕੇ, ਜਿੱਥੇ ਅੱਜ ਆਪਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਉਸ ਪਾਵਨ ਦਾ ਜਿਹੜਾ ਹੈ ਉਹ ਅਸਥਾਨ ਦੇ ਦੀਦਾਰ ਕਰਦੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ। ਕਹਿੰਦੇ ਉੱਥੇ ਸੋਹਣਾ ਚੰਦੋਆ ਸਾਹਿਬ ਤਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਜਦੋਂ ਪ੍ਰਕਾਸ਼ ਕੀਤਾ ਤੇ ਵੇਖੋ 10ਵੇਂ ਜਾਮੇ ਤੱਕ ਗੁਰਤਾ ਗੱਦੀ ਦੀ ਮਰਿਆਦਾ ਬਾਬਾ ਬੁੱਢਾ ਜੀ ਹੁਣਾਂ ਦੀ ਅੰਸ ਬੰਸ ਨੇ ਨਿਭਾਈ ਹੈ। ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਵੀ ਗੁਰਤਾ ਗੱਦੀ ਦੀ ਮਰਿਆਦਾ, ਜਦੋਂ ਗੁਰਤਾ ਗੱਦੀ ਦਿੱਤੀ ਤਾਂ ਮਰਿਆਦਾ ਨਿਭਾਉਣ ਵਾਸਤੇ ਬਾਬਾ ਰਾਮ ਕੋਇਰ ਜੀ ਨੂੰ ਬੁਲਾਇਆ ਗਿਆ, ਉਹਨਾਂ ਨੇ ਇਹ ਮਰਿਆਦਾ ਨਿਭਾਈ। ਪਰ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣੀ ਹੈ, ਸ਼ਬਦ ਗੁਰੂ ਦੇ ਲੜ, ਮਹਾਰਾਜ ਕਹਿੰਦੇ ਅੱਜ ਤੋਂ ਸਰੀਰਾਂ ਵਾਲਾ ਜਿਹੜਾ ਕਾਰਜ ਹੈ ਉਹ ਸਮਾਪਤ ਕਰ ਦੇਣਾ, ਸ਼ਬਦ ਗੁਰੂ ਦੇ ਲੜ ਲਾਉਣਾ। ਅੱਜ ਮਹਾਰਾਜ ਨੇ ਇਹ ਮਰਿਆਦਾ ਆਪ ਨਿਭਾਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰ ਔਰ ਉਹ ਸਮਗਰੀ ਰੱਖ ਕੇ ਮਹਾਰਾਜ ਨੇ ਨਮਸਕਾਰ ਕੀਤੀ ਤੇ ਸਭ ਸਿੱਖਾਂ ਦੇ ਵਾਸਤੇ ਆਗਿਆ ਕਰ ਦਿੱਤੀ, ਅੱਜ ਤੋਂ ਤੁਹਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਤੇ ਜਦੋਂ ਅਰਦਾਸ ਕਰਨ ਤੋਂ ਬਾਅਦ ਮਹਾਰਾਜ ਨੇ ਫਤਿਹ ਬੁਲਾ, ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਫਿਰ ਮੁੱਖ ਵਾਕ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ। ਜਦੋਂ ਮੁੱਖ ਵਾਕ ਲਿਆ ਗਿਆ ਤੇ ਮੁੱਖ ਵਾਕ ਆਇਆ ਮਾਰੂ ਮਹੱਲਾ ਪੰਜਵਾਂ। ਤੇ ਕੀ ਬਚਨ ਸਨ? ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਕਰਮ ਬਖਸ਼ਿਸ਼ ਮੇਰਾਮਤਾਂ ਦੇ ਖਜ਼ਾਨੇ ਖੁੱਲ ਗਏ। ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਵਿਸ਼ਰਾਮਾ। ਮਿਟ ਗਈ ਸਗਲੀ ਧਾਈ। ਅਬ ਮੋਹਿ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਿਦਾਤਾ। ਸੰਤਨ ਕੀ ਸ਼ਰਨਾਈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ। ਨਿਵਰੇ ਸਗਲ ਬੈਰਾਈ। ਤੇ ਮਹਾਰਾਜ ਬੋਲ ਕੇ ਕਹਿ ਰਹੇ ਸਨ, ਸਿੱਖੋ ਭਟਕ ਨਾ ਜਾਇਓ, ਭੁਲੇਖਾ ਭਰਮ ਨਾ ਖਾ ਜਾਇਓ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ। ਕਤੈ ਨਾ ਭਇਓ ਦੁਰਾਈ। ਕਹਿੰਦੇ ਮਹਾਰਾਜ ਕਿਤੇ ਦੂਰ ਨਹੀਂ ਗਏ। ਸਤਿਗੁਰੂ ਤਾਂ ਹੀ ਅੱਜ ਅਸੀਂ ਕਹਿੰਦੇ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੀ ਜੋਤ। ਪਰ ਇੱਕ ਮੁਵਾਲਤਾ ਖੜਾ ਹੋਇਆ, ਸਾਨੂੰ ਸਾਡੇ ਅੰਦਰ ਇਹ ਕਹਾਣੀ ਪੈਦਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਪੈਦਾ ਕਰਨ ਵਾਸਤੇ। ਡੇਰਾਦਾਰੀ ਦਾ ਸਿਸਟਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਲੋਕ ਸ਼ਬਦ ਦੇ ਲੜ ਲੱਗਣਗੇ ਤਾਂ ਇਹਨਾਂ ਕੋਲੇ ਸੋਝੀ ਰਹੇਗੀ, ਇਹਨਾਂ ਕੋਲੇ ਗਿਆਨ ਰਹੇਗਾ, ਲੇਕਿਨ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਬਦ ਗੁਰੂ ਤੋਂ ਤੋੜਿਆ ਜਾਏ ਤੇ ਸਰੀਰਾਂ ਨਾਲ ਜੋੜਿਆ ਜਾਏ। ਤਾਂ ਕਰਕੇ ਇਹੋ ਜਿਹੇ ਡੇਰੇ ਜਿਹੜੇ ਨੇ ਉਹਨਾਂ ਨੂੰ ਪ੍ਰਚਾਰਿਆ ਗਿਆ, ਪ੍ਰਸਾਰਿਆ ਗਿਆ। ਅੱਜ ਵੀ ਅਸੀਂ ਕਿਤੇ ਨਾ ਕਿਤੇ ਜਿਹੜੇ ਲੋਕ ਆਪਣੇ ਆਪ ਨੂੰ ਤਾਂ ਇਹ ਕਹਿੰਦੇ ਆ ਕਿ ਮੈਂ ਹਾਂ ਤੇ ਗੁਰੂ ਨੂੰ ਕਹਿੰਦੇ ਤਾਂ ਕੇਵਲ ਇੱਕ ਜ਼ਰੀਏ ਦੀ ਕਹਾਣੀ ਹੈ ਜੀ, ਇਹਦੇ ਤੋਂ ਅੱਗੇ ਕੁਝ ਨਹੀਂ ਹੈ। ਅੱਜ ਫਿਰ ਜਦੋਂ ਦੂਸਰੇ ਗ੍ਰੰਥਾਂ ਦਾ ਉਦਾਹਰਨ ਦਿੱਤਾ ਜਾਂਦਾ,
ਜੀ ਉਹ ਵੀ ਤਾਂ ਵੇਖੋ ਜੀ ਐਵੇਂ ਲਈ ਫਿਰਦੇ ਆ, ਵੰਡਦੇ ਆ, ਕੁਝ ਕਰਦੇ। ਭਾਈ ਠੀਕ ਹੋ ਤੁਸੀਂ, ਲੇਕਿਨ ਉਹ ਕੇਵਲ ਗ੍ਰੰਥ ਨੇ, ਸਨਮਾਨਯੋਗ ਹੈ, ਪਰ ਗੁਰੂ ਗ੍ਰੰਥ ਸਾਹਿਬ ਕੇਵਲ ਗ੍ਰੰਥ ਨਹੀਂ ਹੈ, ਉਹ ਗੁਰੂ ਹੈ, ਗੁਰੂ ਪਦ। ਔਰ ਇਹ ਕਿਸੇ ਮਨੁੱਖ ਨੇ ਸ਼ਰਧਾ ਵਾਸਨੀ ਜਾਂ ਹੋਰ ਨੇ ਨਹੀਂ ਦਿੱਤਾ, ਇਹ ਕਲਗੀਧਰ ਪਿਤਾ ਨੇ ਆਪ ਦਿੱਤਾ ਹੈ, ਆਪ ਆਖਿਆ। ਤੇ ਮਹਾਰਾਜ ਕਹਿੰਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨਗ, ਉਹਦੇ ਲਈ ਮਰਿਆਦਾ ਬਣਾ ਦਿੱਤੀ। ਇਸੇ ਕਰਕੇ ਆਖਿਆ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਔਰ ਸਾਨੂੰ ਜੋ ਹੁਕਮ ਕੀਤਾ ਹੈ ਅਸੀਂ ਉਹਨੂੰ ਕਹਿੰਦੇ ਜੀ ਨਹੀਂ, ਤੁਹਾਡੀ ਗੱਲ ਸੁਣ ਲਈ। ਗੁਰੂ ਨਾਲ ਜੋੜਨ ਵਾਲਾ ਵੀ ਤਾਂ ਗੁਰੂ ਚਾਹੀਦਾ, ਸਰੀਰ ਨਹੀਂ। ਮਹਾਰਾਜ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ, ਗੁਰੂ ਵਾਲਾ ਬਣ। ਪੰਜਾਂ ਪਿਆਰਿਆਂ ਤੋਂ ਪਾਹੁ ਲੈ ਕੇ ਜਦੋਂ ਤੂੰ ਗੁਰੂ ਵਾਲਾ ਬਣੇਗਾ, ਗੁਰ ਸ਼ਬਦ ਨਾਲ ਜੁੜੇਗਾ, ਤੇਰੇ ਜੀਵਨ 'ਚੋਂ ਸਭ ਦੁੱਖ ਦੂਰ ਹੋਣਗੇ। ਔਰ ਇਹ ਐਸਾ ਗੁਰੂ ਜੋ ਜੁਗੋ ਜੁਗ ਅਟਲ ਹੈ, ਤੋ ਕਦੇ ਵੀ ਜਿਹੜਾ ਨਾਸ਼ ਹੋਣ ਵਾਲਾ ਨਹੀਂ। ਤਾਂ ਆਖਿਆ ਹੈ ਕਿ ਉਹ ਮਾਲਕ ਦਾ ਸ਼ਬਦ ਜਿਹੜਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾ ਨਾ ਸਾਕੈ ਜਾਲੇ। ਆਪ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ।